सुनो सुनावा पाठ पढ़ावा, आओ बच्चों सुनो सुनावा पाठ पढ़ावा। तो सुन के हुंदा पूरा याद सैंस पंजाबी अते हिसाब, ओ लगे अंग्रेजी भी प्यारी हिंदी समाजिक पढ़ लो सारी। चंगियां गल्लां गीत भी गावा, सुनो सुनावा पाठ पढ़ावा, सुनो सुनावा पाठ पढ़ावा। दुआबा रेडियो। Hello everyone, welcome to Duaba Radio. I am Mandeep Kaur, English Mistress, Government Middle School Jasra, District Fatehgarh Sahib. Dear students, I hope you all are safe and healthy. Students, today we are going to read lesson number 4 of class 6th. प्यारे विद्यार्थियों, ਅੱਜ ਅਸੀਂ ਲੈਸਨ ਨੰਬਰ 4 ਪੜਾਂਗੇ ਜਿਸ ਦਾ ਨਾਮ ਹੈ ਦ ਗਿਵਿੰਗ ਟਰੀ। ਦ ਗਿਵਿੰਗ ਟਰੀ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੇੜ ਪੌਦੇ ਸਾਡੇ ਜੀਵਨ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਹਨ। ਇਸ ਲੈਸਨ ਦੇ ਵਿੱਚ ਵੀ ਅਸੀਂ ਪੜਾਂਗੇ ਕਿ ਕਿਸ ਤਰ੍ਹਾਂ ਇੱਕ ਪੇੜ ਇਨਸਾਨ ਦੇ ਜੀਵਨ ਦੇ ਵੱਖ-ਵੱਖ ਪੜਾਵਾਂ ਵਿੱਚ ਉਸਦੀ ਸਹਾਇਤਾ ਕਰਦਾ ਹੈ। But before reading this lesson, we will discuss activity 1. Activity 1 ਦੇ ਵਿੱਚ ਸਾਨੂੰ ਲੈਸਨ ਵਿੱਚ ਆਏ ਕੁਝ ਡਿਫਿਕਲਟ ਵਰਡਸ ਦਿੱਤੇ ਹੋਏ ਹਨ ਜਿਨ੍ਹਾਂ ਦੇ ਮੀਨਿੰਗ ਅਸੀਂ ਲੈਸਨ ਪੜ੍ਹਨ ਤੋਂ ਪਹਿਲਾਂ ਹੀ ਡਿਸਕਸ ਕਰ ਲਾਂਗੇ ਤਾਂ ਜੋ ਲੈਸਨ ਪੜ੍ਹਦੇ ਸਮੇਂ ਇਹਨਾਂ ਵਰਡਸ ਨੂੰ ਚੰਗੀ ਤਰ੍ਹਾਂ ਸਮਝਿਆ ਜਾਵੇ। ਫਰਸਟ ਵਰਡ ਹੈ ਸਵਿੰਗ। ਸਵਿੰਗ। ਸਵਿੰਗ ਦਾ ਮਤਲਬ ਕੀ ਹੈ ਜੀ? ਸਵਿੰਗ ਮੀਨਸ ਝੂਟਾ ਜਾਂ ਝੂਟੇ ਲੈਣਾ। ਟਰੰਕ। ਦੇਖੋ ਜਿਹੜਾ ਟਰੰਕ ਵਰਡ ਹੈ ਉਸਦੇ ਬਹੁਤ ਸਾਰੇ ਮੀਨਿੰਗ ਹਨ ਪਰੰਤੂ ਇਸ ਲੈਸਨ ਦੇ ਅਕੋਰਡਿੰਗ ਟਰੰਕ ਦਾ ਮੀਨਿੰਗ ਹੈ ਦਰਖਤ ਦਾ ਤਣਾ। ਬ੍ਰਾਂਚਸ। ਬ੍ਰਾਂਚਸ ਦਾ ਮਤਲਬ ਟਾਹਣੀਆਂ। ਬਿਜ਼ਨਸ ਵਪਾਰ ਕੰਮ। ਸੇਲ SAIL ਸੇਲ। ਸੇਲ ਦਾ ਮਤਲਬ ਹੈ ਜਲ ਯਾਤਰਾ। ਰਿਸੋਰਸ ਸਰੋਤ ਜਾਂ ਸਾਧਨ। ਆਓ ਇਸ ਲੈਸਨ ਨੂੰ ਹੁਣ ਪੜ੍ਹੀਏ ਅਤੇ ਕਹਾਣੀ ਨੂੰ ਇੰਜੋਏ ਕਰੀਏ। Once there was a tree and she loved a little boy. ਇੱਕ ਵਾਰ ਇੱਕ ਪੇੜ ਸੀ ਅਤੇ ਉਹ ਛੋਟੇ ਲੜਕੇ ਨੂੰ ਬਹੁਤ ਪਿਆਰ ਕਰਦਾ ਸੀ। ਹੁਣ ਤੁਸੀਂ ਕਹੋਗੇ ਵੀ ਲਾਈਨ ਦੇ ਵਿੱਚ she ਆਇਆ ਹੈ ਪਰੰਤੂ ਅਸੀਂ ਜਦੋਂ ਬੋਲਦੇ ਹਾਂ ਤਾਂ ਪੇੜ ਨੂੰ ਇੱਕ ਪੁਲਿੰਗ ਵਜੋਂ ਲੈਂਦੇ ਹਾਂ। ਇਸ ਲੈਸਨ ਦੇ ਵਿੱਚ ਪੇੜ ਨੂੰ ਇਸਤਰੀ ਲਿੰਗ ਵਜੋਂ ਵਰਤਿਆ ਗਿਆ ਹੈ ਇਸ ਲਈ ਉਸਦੇ ਲਈ ਜੋ ਪ੍ਰਨਾਉਨ ਯੂਜ਼ ਕੀਤਾ ਹੈ ਉਹ ਉਹਨਾਂ ਨੇ ਲੈਸਨ ਦੇ ਵਿੱਚ she ਯੂਜ਼ ਕੀਤਾ ਹੈ। ਦੁਬਾਰਾ ਪੜ੍ਹਦੇ ਹਾਂ ਇੱਕ ਵਾਰੀ ਦੁਬਾਰਾ। Once there was a tree and she loved a little boy. ਇੱਕ ਵਾਰ ਇੱਕ ਦਰਖਤ ਸੀ ਅਤੇ ਉਹ ਇੱਕ ਛੋਟੇ ਲੜਕੇ ਨੂੰ ਬਹੁਤ ਪਿਆਰ ਕਰਦਾ ਸੀ। Every day the boy would come, eat apples and play with her. ਹਰ ਰੋਜ਼ ਲੜਕਾ ਆਉਂਦਾ, ਸੇਬ ਖਾਂਦਾ ਅਤੇ ਦਰਖਤ ਨਾਲ ਖੇਡਦਾ ਸੀ। He would swing from her branches and eat apples. ਉਹ ਉਸਦੀਆਂ ਟਾਹਣੀਆਂ ਤੇ ਝੂਟਦਾ ਅਤੇ ਸੇਬ ਖਾਂਦਾ। The boy loved the tree very much. ਜੋ ਲੜਕਾ ਸੀ ਉਹ ਉਸ ਦਰਖਤ ਨੂੰ ਬਹੁਤ ਪਿਆਰ ਕਰਦਾ ਸੀ। And the tree was very happy. ਅਤੇ ਜੋ ਦਰਖਤ ਸੀ ਉਹ ਬਹੁਤ ਹੀ ਜ਼ਿਆਦਾ ਖੁਸ਼ ਸੀ। The time went by. ਸਮਾਂ ਬੀਤਦਾ ਗਿਆ।
ਦ ਬॉय grew older, ਲੜਕਾ ਜੋ ਹੈ ਉਹ ਹੁਣ ਵੱਡਾ ਹੋ ਗਿਆ। ਦ tree was often alone, ਹੁਣ ਜੋ ਜਿਹੜਾ ਦਰਖਤ ਸੀ ਉਹ ਹਮੇਸ਼ਾ ਕੀ ਰਹਿੰਦਾ ਸੀ ਜੀ, ਇਕੱਲਾ ਰਹਿੰਦਾ ਸੀ, ਕਿਉਂਕਿ ਲੜਕਾ ਬੜਾ ਹੋ ਗਿਆ ਸੀ। ਹੁਣ ਉਹ ਲੜਕਾ ਪੇੜ ਨਾਲ ਖੇਡਣ ਦੇ ਲਈ ਨਹੀਂ ਆਉਂਦਾ ਸੀ ਅਤੇ ਦਰਖਤ ਇਕੱਲਾ ਰਹਿੰਦਾ ਸੀ। One day the boy came to the tree, ਇੱਕ ਦਿਨ ਉਹ ਲੜਕਾ ਦਰਖਤ ਕੋਲ ਆਇਆ। The tree said, come boy come, climb up my trunk, swing from my branches, eat apples and be happy. Tree ਬਹੁਤ ਖੁਸ਼ ਹੋਇਆ ਅਤੇ ਕਹਿੰਦਾ, ਆਓ ਲੜਕੇ ਆਓ, ਮੇਰੇ ਤਣੇ ਤੇ ਚੜ ਜਾਓ, ਮੇਰੀਆਂ ਟਾਹਣੀਆਂ ਤੇ ਝੂਲੋ, ਸੇਬ ਖਾਓ ਅਤੇ ਖੁਸ਼ ਰਹੋ। I am too big to climb and play, said the boy. ਲੜਕੇ ਨੇ ਕਿਹਾ ਕਿ ਮੈਂ ਬਹੁਤ ਵੱਡਾ ਹੋ ਗਿਆ ਹਾਂ, ਇੰਨਾ ਵੱਡਾ ਕਿ ਨਾ ਤਾਂ ਮੈਂ ਹੁਣ ਦਰਖਤ ਤੇ ਚੜ ਸਕਦਾ ਹਾਂ ਅਤੇ ਨਾ ਹੀ ਖੇਡ ਸਕਦਾ ਹਾਂ। I want some money to buy things and have fun. ਮੈਂ ਤਾਂ ਕੁਝ ਧਨ ਦੌਲਤ ਚਾਹੁੰਦਾ ਹਾਂ, ਕੁਝ ਚੀਜ਼ਾਂ ਖਰੀਦਣ ਦੇ ਲਈ ਅਤੇ ਆਨੰਦ ਮਾਣਨ ਦੇ ਲਈ। Can you give me some money? ਕੀ ਤੁਸੀਂ ਮੈਨੂੰ ਕੁਝ ਦੌਲਤ ਦੇ ਸਕਦੇ ਹੋ? The tree said, I have no money, but you can take my apples and sell them in the city. ਟਰੀ ਨੇ ਕਿਹਾ ਕਿ ਮੇਰੇ ਕੋਲ ਹੁਣ ਕੋਈ ਧਨ ਦੌਲਤ ਤਾਂ ਨਹੀਂ ਹੈ, ਪਰੰਤੂ ਤੁਸੀਂ ਮੇਰੇ ਸੇਬ ਲੈ ਸਕਦੇ ਹੋ ਅਤੇ ਉਹਨਾਂ ਨੂੰ ਸ਼ਹਿਰ ਵਿੱਚ ਵੇਚ ਸਕਦੇ ਹੋ। Then you will have some money and you will be happy. ਇਸ ਤਰ੍ਹਾਂ ਤੁਹਾਡੇ ਕੋਲ ਸੇਬ ਵੇਚਣ ਤੇ ਦੌਲਤ ਵੀ ਆ ਜਾਏਗੀ, ਪੈਸੇ ਇਕੱਠੇ ਹੋ ਜਾਣਗੇ ਅਤੇ ਤੁਸੀਂ ਖੁਸ਼ ਵੀ ਹੋ ਜਾਓਗੇ। The boy did so and went away. ਲੜਕੇ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਉਥੋਂ ਚਲਾ ਗਿਆ। The tree was happy. ਦਰਖਤ ਬਹੁਤ ਖੁਸ਼ ਸੀ। ਕਿਉਂ ਖੁਸ਼ ਸੀ? ਹਾਂਜੀ ਬਿਲਕੁਲ, ਕਿਉਂਕਿ ਉਸਨੇ ਉਸ ਲੜਕੇ ਦੀ ਸਹਾਇਤਾ ਕੀਤੀ ਸੀ। The boy did not come back for long time. ਜੋ ਲੜਕਾ ਸੀ ਉਹ ਲੰਬੇ ਸਮੇਂ ਲਈ ਵਾਪਸ ਨਾ ਆਇਆ। The tree was sad. ਦਰਖਤ ਉਦਾਸ ਸੀ। One day the boy came back. ਇੱਕ ਦਿਨ ਲੜਕਾ ਵਾਪਸ ਆਇਆ। The tree said with joy, come boy come, climb up my trunk, swing from my branches, eat apples and be happy. ਦਰਖਤ ਜਿਹੜਾ ਸੀ ਉਸ ਲੜਕੇ ਨੂੰ ਦੇਖ ਕੇ ਬੜਾ ਖੁਸ਼ ਹੋਇਆ ਅਤੇ ਖੁਸ਼ੀ ਵਿੱਚ ਦਰਖਤ ਨੇ ਕਿਹਾ, ਆਓ ਲੜਕੇ ਆਓ, ਮੇਰੇ ਟਰੰਕ ਤੇ ਚੜੋ, ਮੇਰੀਆਂ ਬ੍ਰਾਂਚਸ ਮੇਰੀਆਂ ਟਾਹਣੀਆਂ ਤੇ ਝੂਲੋ, ਸੇਬ ਖਾਓ ਅਤੇ ਖੁਸ਼ ਰਹੋ। I am too busy to climb trees, said the boy. ਹੁਣ ਲੜਕੇ ਨੇ ਕਿਹਾ, ਨਹੀਂ ਨਹੀਂ ਮੈਂ ਤਾਂ ਬਹੁਤ ਹੀ ਬਿਜ਼ੀ ਹਾਂ। ਬਿਜ਼ੀ ਮਤਲਬ ਰੁੱਝਿਆ ਹੋਇਆ ਹਾਂ ਕੰਮਾਂ ਵਿੱਚ, ਇੰਨਾ ਰੁੱਝਿਆ ਹੋਇਆ ਹਾਂ ਕਿ ਮੈਂ ਦਰਖਤ ਉੱਤੇ ਨਹੀਂ ਚੜ ਸਕਦਾ। I want to get married. ਮੈਂ ਮੈਰਿਜ ਕਰਵਾਉਣਾ ਚਾਹੁੰਦਾ ਹਾਂ, ਸ਼ਾਦੀ ਕਰਵਾਉਣਾ ਚਾਹੁੰਦਾ ਹਾਂ। I need a house. ਮੈਨੂੰ ਇੱਕ ਘਰ ਦੀ ਲੋੜ ਹੈ। Can you give me a house? ਕੀ ਤੁਸੀਂ ਮੈਨੂੰ ਇੱਕ ਘਰ ਦੇ ਸਕਦੇ ਹੋ? The tree said, you may cut off my branches. ਦਰਖਤ ਨੇ ਕਿਹਾ, ਤੁਸੀਂ ਮੇਰੀਆਂ ਟਾਹਣੀਆਂ ਕੱਟ ਲਓ। Build a house and be happy. ਆਪਣਾ ਘਰ ਬਣਾਓ ਅਤੇ ਖੁਸ਼ ਰਹੋ। The boy cut off her branches and carried them away to build his house. ਲੜਕੇ ਨੇ ਦਰਖਤ ਦੀਆਂ ਟਾਹਣੀਆਂ ਕੱਟ ਦਿੱਤੀਆਂ ਅਤੇ ਘਰ ਬਣਾਉਣ ਦੇ ਲਈ ਲੈ ਗਿਆ। The tree was happy. ਦਰਖਤ ਫਿਰ ਵੀ ਖੁਸ਼ ਸੀ। The boy again stayed away for a long time. ਹੁਣ ਲੜਕਾ ਫਿਰ ਦੁਬਾਰਾ ਲੰਬੇ ਸਮੇਂ ਲਈ ਦੂਰ ਹੀ ਰਿਹਾ। One day he came back. ਇੱਕ ਦਿਨ ਉਹ ਵਾਪਸ ਆਇਆ। The tree was very happy and said, come boy come, climb up my trunk, swing from my branches,
eat apples and be happy। ਟਰੀ ਫਿਰ ਬਹੁਤ ਜ਼ਿਆਦਾ ਖੁਸ਼ ਹੋਇਆ ਲੜਕੇ ਨੂੰ ਦੇਖ ਕੇ ਅਤੇ ਫਿਰ ਬੋਲਿਆ, ਆਓ ਲੜਕੇ ਆਓ, ਮੇਰੇ ਤਣੇ ਉੱਤੇ ਚੜ ਜਾਓ, ਮੇਰੀਆਂ ਟਾਹਣੀਆਂ ਤੇ ਝੂਲੋ, ਮੇਰੇ ਸੇਬ ਖਾਓ ਅਤੇ ਖੁਸ਼ ਹੋ ਜਾਓ। The boy said, I am too sad to play। ਲੜਕੇ ਨੇ ਕਿਹਾ ਕਿ ਮੈਂ ਖੇਡ ਨਹੀਂ ਸਕਦਾ, ਮੈਂ ਬਹੁਤ ਹੀ ਉਦਾਸ ਹਾਂ। I want to go to another city for business। ਕੀ ਹੋਇਆ ਜੀ ਲੜਕੇ ਨੂੰ, ਕਿਉਂ ਉਦਾਸ ਸੀ? ਹਾਂਜੀ ਬਿਲਕੁਲ, ਉਹ ਕੀ ਕਹਿ ਰਿਹਾ ਕਿ ਮੈਂ ਇੰਨਾ ਉਦਾਸ ਹਾਂ, ਮੈਂ ਖੇਡ ਨਹੀਂ ਸਕਦਾ, ਮੈਂ ਕੀ ਕਰਨਾ ਜੀ, ਮੈਂ ਚਾਹੁੰਦਾ ਹਾਂ ਦੂਸਰੇ ਸ਼ਹਿਰ ਜਾਵਾਂ। ਕਾਹਦੇ ਲਈ ਜਾਣਾ ਚਾਹੁੰਦਾ ਜੀ? ਫॉर ਬਿਜ਼ਨਸ, ਕੰਮ ਦੇ ਬਾਰੇ ਵਿੱਚ ਉਸਨੂੰ ਦੂਸਰੇ ਸ਼ਹਿਰ ਜਾਣਾ ਚਾਹੁੰਦਾ ਹੈ। ਕੈਨ ਯੂ ਗਿਵ ਮੀ ਅ ਬੋਟ that will take me away to another city। ਹੁਣ ਜਿਹੜਾ ਲੜਕਾ ਹੈ ਉਹ ਫੇਰ ਟਰੀ ਨੂੰ ਪੁੱਛਦਾ ਹੈ ਕਿ ਕੀ ਤੁਸੀਂ ਮੈਨੂੰ ਇੱਕ ਕਿਸ਼ਤੀ ਦੇ ਸਕਦੇ ਹੋ ਜਿਸ ਵਿੱਚ ਮੈਂ ਸਵਾਰ ਹੋ ਕੇ ਦੂਸਰੇ ਸ਼ਹਿਰ ਜਾ ਸਕਾਂ। The tree said, cut down my trunk and make a boat। ਜਿਹੜਾ ਟਰੀ ਸੀ ਉਸਨੂੰ ਫੇਰ ਕਹਿੰਦਾ ਹੈ ਕਿ ਇਸ ਤਰ੍ਹਾਂ ਕਰੋ, ਮੇਰੇ ਤਣੇ ਨੂੰ ਕੱਟ ਲਵੋ ਅਤੇ ਉਸਦੀ ਇੱਕ ਕਿਸ਼ਤੀ ਬਣਾ ਲਵੋ। Then you can sail away and be happy। ਇਸ ਤਰ੍ਹਾਂ ਤੁਸੀਂ ਜਲ ਯਾਤਰਾ ਕਰਦੇ ਹੋਏ ਜਾ ਸਕਦੇ ਹੋ ਅਤੇ ਖੁਸ਼ ਰਹਿ ਸਕਦੇ ਹੋ। The boy did so and sailed away। ਲੜਕੇ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਜਲ ਯਾਤਰਾ ਰਾਹੀਂ ਚਲਾ ਗਿਆ। The tree was very happy but not really। ਜੋ ਦਰਖਤ ਸੀ ਉਹ ਖੁਸ਼ ਸੀ ਪਰ ਓਨਾ ਨਹੀਂ, ਜਾਂ ਆਪਾਂ ਕਹਿ ਸਕਦੇ ਹਾਂ ਟਰੀ ਖੁਸ਼ ਤਾਂ ਸੀ ਪਰ ਸੱਚਮੁੱਚ ਨਹੀਂ। After a long time, the boy, who was now an old man, came back again। ਇੱਕ ਲੰਬੇ ਸਮੇਂ ਬਾਅਦ ਲੜਕਾ ਜੋ ਹੁਣ ਨੌਜਵਾਨ ਨਹੀਂ ਰਿਹਾ ਸੀ, ਜਵਾਨ ਨਹੀਂ ਰਿਹਾ ਸੀ, ਹੁਣ ਉਹ ਬੁੱਢਾ ਹੋ ਗਿਆ ਸੀ, ਉਹ ਵਾਪਸ ਆਇਆ। I am sorry boy, I have nothing to give you, said the tree। ਟਰੀ ਨੇ ਕਿਹਾ ਕਿ ਮੈਨੂੰ ਮਾਫ ਕਰਨਾ ਲੜਕੇ, ਮੇਰੇ ਕੋਲ ਤੁਹਾਨੂੰ ਦੇਣ ਦੇ ਲਈ ਕੁਝ ਵੀ ਨਹੀਂ ਹੈ। I wish I could give you something। ਕਾਸ਼ ਮੈਂ ਤੁਹਾਨੂੰ ਕੁਝ ਦੇ ਸਕਦਾ। I am just an old stump। ਮੈਂ ਇੱਕ ਸਿਰਫ ਬੁੱਢਾ ਖੁੰਡ ਹਾਂ ਜਾਂ ਇੱਕ ਮੁੱਢ ਹਾਂ। I don't need anything now। I just want a quiet place to sit and rest। ਹੁਣ ਲੜਕੇ ਨੇ ਕੀ ਕਿਹਾ ਜੀ? ਉਹਨੇ ਕਿਹਾ ਕਿ ਮੈਨੂੰ ਹੁਣ ਕੁਝ ਵੀ ਨਹੀਂ ਚਾਹੀਦਾ, ਮੈਨੂੰ ਇੱਕ ਸ਼ਾਂਤਮਈ ਜਗ੍ਹਾ ਚਾਹੀਦੀ ਹੈ ਜਿੱਥੇ ਮੈਂ ਬੈਠ ਸਕਾਂ ਅਤੇ ਆਰਾਮ ਕਰ ਸਕਾਂ। I am very tired, said the boy। ਲੜਕੇ ਨੇ ਕਿਹਾ ਕਿ ਮੈਂ ਬਹੁਤ ਥੱਕਿਆ ਹੋਇਆ ਹਾਂ। Well, an old stump is good for sitting and resting। Come boy, sit down and rest। ਅਤੇ ਹੁਣ ਟਰੀ ਨੇ ਫਿਰ ਕਿਹਾ ਕਿ ਠੀਕ ਹੈ, ਬੈਠਣ ਦੇ ਲਈ ਅਤੇ ਆਰਾਮ ਕਰਨ ਦੇ ਲਈ ਇੱਕ ਬੁੱਢਾ ਜਾਂ ਪੁਰਾਣਾ ਸਟੰਪ, ਜਿਹੜਾ ਇਹ ਪੁਰਾਣਾ ਮੁੱਢ ਹੈ, ਉਹ ਬਹੁਤ ਚੰਗਾ ਹੈ। ਆਓ ਲੜਕੇ ਆਓ, ਬੈਠ ਜਾਓ ਅਤੇ ਆਰਾਮ ਕਰੋ। The boy sat on the stump to rest। ਲੜਕਾ ਉਸ ਮੁੱਢ ਉੱਤੇ ਬੈਠ ਗਿਆ ਆਰਾਮ ਕਰਨ ਦੇ ਲਈ। And the tree was very happy। ਅਤੇ ਦਰਖਤ ਹੁਣ ਵੀ ਬਹੁਤ ਜ਼ਿਆਦਾ ਖੁਸ਼ ਸੀ। ਹਾਂਜੀ ਬੱਚਿਓ, ਇਸ ਦੇ ਨਾਲ ਹੀ ਲੈਸਨ ਖਤਮ ਹੁੰਦਾ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਲੈਸਨ ਬਹੁਤ ਪਸੰਦ ਆਇਆ ਹੋਵੇਗਾ। ਇਸ ਲੈਸਨ ਦੇ ਵਿੱਚ ਤੁਸੀਂ ਦੇਖਿਆ ਕਿ ਟਰੀ ਨੇ ਵੱਖ-ਵੱਖ ਸਮੇਂ ਵਿੱਚ ਉਸ ਇਨਸਾਨ ਦੀ ਹੈਲਪ ਕੀਤੀ ਅਤੇ ਹੈਲਪ ਕਰਕੇ ਚਾਹੇ ਉਹ ਆਪਣਾ ਸਭ ਕੁਝ ਉਸ ਨੂੰ ਦੇ ਦਿੰਦਾ ਸੀ, ਫਿਰ ਵੀ ਬੜਾ ਖੁਸ਼ ਹੁੰਦਾ ਸੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੇੜ ਪੌਦੇ ਹਮੇਸ਼ਾ ਇਨਸਾਨਾਂ ਦੀ ਹੈਲਪ ਕਰਦੇ ਹਨ। ਲੈਸਨ ਨੂੰ ਪੜ੍ਹ ਲਿਆ ਹੈ ਜੀ ਅਸੀਂ। ਹੁਣ ਅਸੀਂ ਕਰਾਂਗੇ ਲੈਸਨ ਦੀ ਪੋਸਟ ਰੀਡਿੰਗ। ਪੋਸਟ ਰੀਡਿੰਗ ਮਤਲਬ ਬੁੱਕ ਐਕਸਰਸਾਈਜ਼। ਲੈਸਨ ਨੂੰ ਪੜ੍ਹਨ ਤੋਂ ਬਾਅਦ ਜੋ ਪਿੱਛੇ ਇਸ ਦੀ ਬੁੱਕ ਐਕਸਰਸਾਈਜ਼ ਹੈ ਉਸ ਵਿੱਚ ਕੁਝ ਐਕਟੀਵਿਟੀਜ਼ ਦਿੱਤੀਆਂ ਹੋਈਆਂ ਨੇ, ਜਿਨ੍ਹਾਂ ਵਿੱਚੋਂ ਅਸੀਂ ਐਕਟੀਵਿਟੀ ਕਰਾਂਗੇ ਜੀ ਲੈਸਨ ਦੇ ਕੁਐਸਚਨਸ ਦੇ ਆਨਸਰ ਡਿਸਕਸ ਕਰਾਂਗੇ। ਫਰਸਟ ਕੁਐਸਚਨ ਹੈ ਜੀ, ਹੂ ਵੁੱਡ ਕਮ
and play with the tree? Who would come and play with the tree? ਹਾਂਜੀ ਬੱਚਿਓ, ਦੱਸ ਸਕਦੇ ਹੋ ਕੌਣ ਹੈ ਜੋ ਆ ਕੇ ਖੇਡਦਾ ਸੀ ਟਰੀ ਦੇ ਨਾਲ? ਵੈਰੀ ਗੁੱਡ, ਹਾਂਜੀ ਬਿਲਕੁਲ ਸਹੀ। A little boy would come and play with the tree. ਇੱਕ ਛੋਟਾ ਲੜਕਾ ਆ ਕੇ ਰੋਜ਼ ਪੇੜ ਨਾਲ ਖੇਡਦਾ ਸੀ। Who was too big to climb and play? ਕੌਣ ਸੀ ਜੋ ਹੁਣ ਇੰਨਾ ਵੱਡਾ ਹੋ ਗਿਆ ਸੀ ਕਿ ਨਾ ਤਾਂ ਉਹ ਪੇੜ ਤੇ ਚੜ ਸਕਦਾ ਸੀ ਅਤੇ ਨਾ ਖੇਡ ਸਕਦਾ ਸੀ? Yes, very good. The boy. The boy was too big to climb and play. ਲੜਕਾ, ਜਾਂ ਅਸੀਂ ਲਿਖ ਸਕਦੇ ਹਾਂ ਛੋਟਾ ਲੜਕਾ, ਇੰਨਾ ਵੱਡਾ ਹੋ ਗਿਆ ਸੀ ਕਿ ਨਾ ਤਾਂ ਉਹ ਖੇਡ ਸਕਦਾ ਸੀ ਅਤੇ ਨਾ ਹੀ ਪੇੜ ਤੇ ਚੜ ਸਕਦਾ ਸੀ। Why did the boy want a boat? ਲੜਕੇ ਨੂੰ ਇੱਕ ਕਿਸ਼ਤੀ ਕਿਉਂ ਚਾਹੀਦੀ ਸੀ? ਹਾਂਜੀ ਦੱਸੋਗੇ? Yes, he wanted to go to another city. ਕਿਉਂਕਿ ਉਸਨੇ ਦੂਸਰੇ ਸ਼ਹਿਰ ਤੱਕ ਜਾਣਾ ਸੀ। Why did the boy want to go to another city? ਹੁਣ ਜਿਹੜਾ ਲੜਕਾ ਸੀ ਉਹ ਦੂਸਰੇ ਸ਼ਹਿਰ ਜਾਣਾ ਕਿਉਂ ਚਾਹੁੰਦਾ ਸੀ? Yes, very good. He wanted to go for business. ਉਹ ਕੰਮ ਦੇ ਭਾਲ ਦੇ ਵਿੱਚ ਜਾਂ ਵਪਾਰ ਕਰਨ ਦੇ ਲਈ ਦੂਸਰੇ ਸ਼ਹਿਰ ਤੱਕ ਜਾਣਾ ਚਾਹੁੰਦਾ ਸੀ। What did the tree say in the end? ਟਰੀ ਨੇ ਅੰਤ ਵਿੱਚ ਕੀ ਕਿਹਾ ਸੀ? The tree said in the end, come boy, sit down and rest. ਟਰੀ ਨੇ ਕਿਹਾ ਸੀ, ਆਓ ਲੜਕੇ ਆਓ, ਬੈਠ ਜਾਓ ਅਤੇ ਆਰਾਮ ਕਰੋ। ਹਾਂਜੀ, ਜੋ ਦੂਸਰੀ ਐਕਸਰਸਾਈਜ਼ ਹੈ ਉਸ ਦੇ ਵਿੱਚ ਅਸੀਂ ਐਕਟੀਵਿਟੀ ਕਰਾਂਗੇ give opposites of the given words in the given space. ਕੁਝ ਵਰਡਸ ਨੇ ਜਿਹੜੇ ਲੈਸਨ ਦੇ ਵਿੱਚ ਆਏ ਨੇ, ਉਹਨਾਂ ਦੇ ਅਸੀਂ ਆਪੋਜਿਟ ਲੱਭਣੇ ਆ। ਆਪੋਜਿਟਸ ਕੀ ਹੁੰਦੇ ਆ ਜੀ? ਵਿਰੋਧੀ ਸ਼ਬਦ, ਬਿਲਕੁਲ ਉਲਟੇ ਭਾਵ ਜਾਂ ਉਲਟੇ ਅਰਥ ਵਾਲੇ ਸ਼ਬਦ ਲਿਖਣੇ ਹਾਂ। ਫਰਸਟ ਵਰਡ ਹੈ ਹੈਪੀ। ਹੈਪੀ ਦਾ ਮੀਨਿੰਗ ਕੀ ਹੈ ਜੀ? ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਹੋਏਗਾ। ਯੈਸ, ਹੈਪੀ ਖੁਸ਼। ਹੁਣ ਇਸ ਦਾ ਉਲਟਾ ਕੀ ਹੋਏਗਾ ਜੀ? ਵਿਰੋਧੀ ਸ਼ਬਦ, ਆਪੋਜਿਟ ਕੀ ਹੋਏਗਾ? ਸੈਡ। ਹੈਪੀ ਆਪੋਜਿਟ ਕੀ ਹੋਏਗਾ? ਸੈਡ। ਸੈਕਿੰਡ ਹੈ ਜੀ ਗਿਵ। ਗਿਵ ਦਾ ਮੀਨਿੰਗ ਦੇਣਾ। ਗਿਵ ਦਾ ਮੀਨਿੰਗ ਦੇਣਾ। ਤੇ ਇਸ ਦਾ ਆਪੋਜਿਟ ਕੀ ਬਣਦਾ ਜੀ? ਟੇਕ। ਟੇਕ ਲੈਣਾ ਕਿਸੇ ਤੋਂ, ਹੈ ਨਾ। ਥਰਡ ਜੋ ਵਰਡ ਹੈ ਉਹ ਹੈ ਸੈਲ। SELL, ਸੈਲ। ਸੈਲ ਦਾ ਮਤਲਬ ਵੇਚਣਾ। ਇਸ ਦਾ ਆਪੋਜਿਟ ਹੈ ਬਾਈ। BUY, ਬਾਈ। ਫੋਰਥ ਜੋ ਹੈ ਉਹ ਹੈ ਕਮ। ਕਮ ਦਾ ਮੀਨਿੰਗ ਸਾਰਿਆਂ ਨੂੰ ਆਉਂਦਾ ਹੋਏਗਾ। ਹਾਂਜੀ, ਆਉਣਾ। ਇਸ ਦਾ ਆਪੋਜਿਟ ਹੋਏਗਾ ਗੋ, ਜਾਣਾ। ਫਿਫਥ ਹੈ ਕੁਆਇਟ, ਸ਼ਾਂਤ। ਬਿਲਕੁਲ ਸ਼ੋਰ ਸ਼ਰਾਬਾ ਨਾ ਹੋਣਾ, ਬਿਲਕੁਲ ਸ਼ਾਂਤੀ ਹੋਣਾ। ਇਸ ਦਾ ਉਲਟਾ ਕੀ ਹੋਏਗਾ? ਲਾਊਡ। ਸਿਕਸਥ ਵਰਡ ਹੈ ਕਲਾਈਂਬ ਅਪ। ਕਲਾਈਂਬ ਅਪ। ਕਲਾਈਂਬ ਅਪ ਦਾ ਮਤਲਬ ਕੀ ਹੁੰਦਾ ਜੀ? ਉੱਪਰ ਚੜਨਾ। ਜਿਸ ਤਰ੍ਹਾਂ ਦਰਖਤ ਤੇ ਚੜਨਾ, ਕੰਧ ਤੇ ਚੜਨਾ, ਹੈ ਨਾ। ਤਾਂ ਇਹ ਕੀ ਹੈ? ਇਹਦਾ ਉਲਟਾ ਕੀ ਹੋਏਗਾ? ਕਮ ਡਾਊਨ ਜਾਂ ਮੂਵ ਡਾਊਨ, ਨੀਚੇ ਆਉਣਾ। ਹਾਂਜੀ ਬੱਚਿਓ, ਇਸ ਦੇ ਨਾਲ ਹੀ ਐਕਟੀਵਿਟੀਜ਼ ਆਪਣੀਆਂ ਸਮਾਪਤ ਹੁੰਦੀਆਂ ਨੇ। ਉਮੀਦ ਹੈ ਤੁਹਾਨੂੰ ਇਹ ਲੈਸਨ ਬਹੁਤ ਹੀ ਵਧੀਆ ਲੱਗਿਆ ਹੋਏਗਾ ਅਤੇ ਪੂਰਾ ਸਮਝ ਆਇਆ ਹੋਏਗਾ। Stay home, stay safe, stay connected with Doaba Radio. Doaba Radio.